ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਹੀ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਮੌਸਮ ਸੋਹਣਾ ਰਿਹਾ। ਦਿਨ ਦੇ ਵੇਲੇ ਧੁੱਪ ਤੇ ਰਾਤ ਦੇ ਵੇਲੇ ਠੰਡ। ਬਿਲਕੁਲ ਪਿਛਲੇ ਕਈ ਦਿਨਾਂ ਤੋਂ ਜਿਸ ਤਰੀਕੇ ਦਾ ਮੌਸਮ ਆ ਇਹ ਸਥਿਰ ਹੈ। ਰਾਤ ਦੇ ਵੇਲੇ ਕੋਰਾ ਪਾਲਾ ਵੱਧ ਜਾਂਦਾ, ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲਦੀ ਹੈ ਤੇ ਆਉਂਦੇ 48 ਘੰਟੇ ਦੇ ਵਿੱਚ ਵੀ ਮੌਸਮ ਵਿਭਾਗ ਦਾ ਇਹ ਕਹਿਣਾ ਕਿ ਮੌਸਮ ਦੀ ਸਥਿਰਤਾ ਬਰਕਰਾਰ ਰਹਿਣੀ ਆ। ਯਾਨੀ ਕਿ ਰਾਤ ਨੂੰ ਪਾਲਾ ਤੇ ਦਿਨ ਦੇ ਵੇਲੇ ਧੁੱਪ। ਮੀਂਹ ਕਣੀ ਝੱਖੜ ਝੁੱਲੇ ਦੀ ਕੋਈ ਸੰਭਾਵਨਾ ਹਾਲੇ ਤੱਕ ਪ੍ਰਗਟਾਈ ਨਹੀਂ ਗਈ। ਪਹਿਲੀ ਜਿਹੜੀ ਵੱਡੀ ਖਬਰ ਆ ਉਹ ਕਿਸਾਨਾਂ ਦੀ ਖੁਸ਼ਖਬਰੀ ਨਾਲ ਜੁੜੀ ਹੋਈ ਹੈ, ਕਿਉਂਕਿ ਕਿਸਾਨ ਜਿੱਤ ਗਏ ਆ। ਦਿੱਲੀ ਮੋਰਚਾ ਫਤਿਹ ਹੋ ਗਿਆ, ਕਿਸਾਨ ਅੰਦੋਲਨ ਸਮਾਪਤ ਹੋ ਗਿਆ, ਜਾਂ ਕਹਿ ਦਈਏ ਇਹਨੂੰ ਸਸਪੈਂਡ ਕਰ ਦਿੱਤਾ ਗਿਆ। ਪਰ ਇਹ ਵੀ ਗੱਲ ਕਹੀ ਗਈ ਹੈ ਕਿਸਾਨ ਆਗੂਆਂ ਦੇ ਵੱਲੋਂ ਕਿ ਹਰ ਮਹੀਨੇ 15 ਤਰੀਕ ਨੂੰ ਅਸੀਂ ਮੀਟਿੰਗ ਕਰਿਆ ਕਰਾਂਗੇ। ਸੰਯੁਕਤ ਕਿਸਾਨ ਮੋਰਚਾ ਇਵੇਂ ਹੀ ਬਰਕਰਾਰ ਰਹੂਗਾ। ਸਰਕਾਰ ਦੇ ਵੱਲੋਂ ਕੀਤੇ ਗਏ ਵਾਅਦਿਆਂ ਦੀ ਪੜਚੋਲ ਕਰਿਆ ਕਰਾਂਗੇ। ਇਹਦਾ ਬਹੁਤ ਵੱਡੇ ਪੱਧਰ ਦੇ ਉੱਤੇ ਵਿਸਥਾਰ ਦੇਣਾ ਬਣਦਾ। ਪਰ ਉਸ ਤੋਂ ਪਹਿਲਾਂ ਇੱਕ ਹੋਰ ਜਾਣਕਾਰੀ ਦੇ ਦੇਈਏ ਕਿ ਸੁੱਚਾ ਸਿੰਘ ਛੋਟੇਪੁਰ ਲੰਘੇ ਕੱਲ੍ਹ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋ ਗਏ ਆ ਤੇ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਜਿਹੜੇ ਉਹਨਾਂ ਦੇ ਵੱਲੋਂ ਖੁਲਾਸੇ ਕੀਤੇ ਗਏ ਆ ਉਹਨਾਂ ਨੇ ਸਭ ਨੂੰ ਅਚੰਭਿਤ ਜ਼ਰੂਰ ਕੀਤਾ। ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਗਲ ਦੇ ਵਿੱਚ ਪਰਨਾ ਪਾ ਕੇ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਬਟਾਲਾ ਖੇਤਰ ਤੋਂ ਅਕਾਲੀ ਦਲ ਬਸਪਾ ਉਮੀਦਵਾਰ ਐਲਾਨ ਦਿੱਤਾ ਹੈ। ਪਰ ਅਗਲੀ ਗੱਲ ਇਹ ਆ ਮਹੱਤਵਪੂਰਨ ਕਿ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਅਸੀਂ ਦਿਨ ਰਾਤ ਕੰਮ ਕੀਤਾ, ਨਾ ਦਿਨ ਦੇਖਿਆ ਨਾ ਰਾਤ ਦੇਖੀ, ਪਰ ਅੰਤ ਦੇ ਉੱਤੇ ਜੋ ਮੇਰੇ ਨਾਲ ਹਸ਼ਰ ਕੀਤਾ ਗਿਆ ਉਹਦੇ ਬਾਰੇ ਜਾਣਦੇ ਹਾਂ। ਪੱਤਰਕਾਰਾਂ ਨੇ ਸਵਾਲ ਕੀਤਾ ਵੀ ਤੁਹਾਡੇ ਉੱਤੇ ਪੈਸੇ ਰੱਖਣ ਜਾਂ ਪੈਸਿਆਂ ਦੇ ਲੈਣ ਦੇਣ ਦਾ ਦੋਸ਼ ਲੱਗਾ ਸੀ। ਉਹ ਕਹਿੰਦੇ ਮੈਂ ਕਦੇ ਬਾਹਰਲੇ ਮੁਲਕ ਦੇ ਵਿੱਚੋਂ $1 ਲੈ ਕੇ ਨਹੀਂ ਵੇਖਿਆ। ਮੈਂ ਤਾਂ ਇੱਥੋਂ ਪੰਜਾਬ ਦੇ ਵਿੱਚੋਂ ਰੁਪਈਆ ਇਕੱਠਾ ਕਰਕੇ 25-28 ਲੱਖ ਰੁਪਈਆ ਕੇਜਰੀਵਾਲ ਨੂੰ ਦੇ ਕੇ ਵੀ ਆਇਆ ਸੀ। ਪਰ ਦੋਸ਼ ਮੇਰੇ ਉੱਤੇ ਲੱਗੇ, ਕੋਈ ਸਬੂਤ ਨਹੀਂ, ਕੋਈ ਸਟਿੰਗ ਆਪਰੇਸ਼ਨ ਨਹੀਂ। ਕਹਿੰਦੇ ਸੀ ਅਸੀਂ ਸਟਿੰਗ ਆਪਰੇਸ਼ਨ ਕੀਤਾ, ਸਾਡੇ ਕੋਲੇ ਵੀਡੀਓ ਹੈਗੀ ਹੈ। ਅੱਜ ਤੱਕ ਉਹ ਵੀਡੀਓ ਨਸ਼ਰ ਕਿਹੜੀ ਗੱਲੋਂ ਨਹੀਂ ਕੀਤੀ। ਤੇ ਨਾਲ ਹੀ ਉਹਨਾਂ ਨੇ ਇੱਕ ਸਵਾਲਨੁਮਾ ਗੱਲ ਵੀ ਕਰਤੀ ਹੈ ਵੀ ਕੇਜਰੀਵਾਲ ਹੋਰੀ ਪੰਜਾਬ ਦੇ ਵਿੱਚ ਆਉਂਦੇ ਆ, ਸਾਰਾ ਕੁਝ ਉਹਨੇ ਆਪਣੇ ਜਕੜ ਪੰਜੇ ਦੇ ਵਿੱਚ ਰੱਖਣਾ। ਭਗਵੰਤ ਮਾਨ ਨੂੰ, ਹਰਪਾਲ ਸਿੰਘ ਚੀਮਾ ਨੂੰ, ਕਿਸੇ ਨੂੰ ਕੁਝ ਨਹੀਂ ਮਿਲਣਾਗਾ। ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਜਦੋਂ ਉਹ ਇਹ ਗੱਲ ਕਹਿ ਰਹੇ ਹੁੰਦੇ ਕੇਜਰੀਵਾਲ ਹੋਰੀ ਕਿ ਇੱਕ ਚੰਗਾ ਬੰਦਾ ਪੰਜਾਬ ਦੇ ਲਈ ਅਸੀਂ ਮੁੱਖ ਮੰਤਰੀ ਚਿਹਰੇ ਦੇ ਤੌਰ ਤੇ ਦੇਵਾਂਗੇ, ਤਾਂ ਇਹ ਸਵਾਲ ਪੈਦਾ ਹੁੰਦਾ ਕਿ ਕੀ ਭਗਵੰਤ ਮਾਨ ਚੰਗਾ ਨਹੀਂ। ਸੋ ਉਹਨਾਂ ਨੇ ਕਿਹਾ ਜੀ ਕਿ ਕੇਜਰੀਵਾਲ ਦੇ ਪਿੜ ਪੱਲੇ ਕੱਖ ਵੀ ਨਹੀਂ ਉਹਨਾਂ ਦੇ ਕਹਿਣ ਦੇ ਮੁਤਾਬਕ। ਦੂਜੀ ਗੱਲ ਇਹ ਹੈ ਕਿ ਲੰਘੇ ਕੱਲ੍ਹ ਜੈਤੋ ਵਿਧਾਨ ਸਭਾ ਹਲਕੇ ਤੋਂ ਮਾਸਟਰ ਬਲਦੇਵ ਸਿੰਘ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਆ, ਉਹਨਾਂ ਨੇ ਅਸਤੀਫਾ ਆਪਣਾ ਭੇਜ ਦਿੱਤਾ। ਉਹਨਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਕਹਿਣ ਦਾ ਭਾਵ ਇਹ ਆ ਕਿ ਉਹ ਹੋਰ ਪਾਰਟੀ ਦੇ ਵੱਲ ਜਾਣ ਦੀ ਤਿਆਰੀ ਕਰ ਚੁੱਕੇ ਆ। ਇਹ ਉਹ ਦੌਰ ਆ, ਇਹ ਉਹ ਵੇਲਾ ਜਦੋਂ ਕੁਝ ਕੁ ਦਿਨ ਪਹਿਲਾਂ ਹੀ ਕੇਜਰੀਵਾਲ ਸਾਹਿਬ ਇਹ ਗੱਲ ਕਹਿ ਕੇ ਹਟੇ ਆ ਕਿ ਜੇਕਰ ਅਸੀਂ ਚਾਹੀਏ ਤਾਂ ਕਾਂਗਰਸ ਦੇ 25 MLA ਅਸੀਂ ਆਥਣ ਤੱਕ ਆਪਣੀ ਪਾਰਟੀ ਦੇ ਵਿੱਚ ਲੈ ਗਏ, ਪਰ ਅਸੀਂ ਕਚਰੇ ਤੋਂ ਕਰਾਉਣਾ ਕੀ ਆ। ਉਹ ਹੋਰਾਂ ਦੇ MLA ਇਸ ਕਰਕੇ ਨਹੀਂ ਲੈਂਦੇ ਕਿਉਂਕਿ ਕਚਰਾ ਲੱਗਦਾ, ਪਰ ਆਪਦੇ ਛੱਡ ਕੇ ਭੱਜ ਰਹੇ ਆ, ਆਪਦੇ ਰੋਕੇ ਨਹੀਂ ਜਾ ਰਹੇ। ਇਸ ਕਰਕੇ ਪਾਰਟੀ ਦੀ ਸਥਿਤੀ ਪਤਲੀ ਪ੍ਰਤੀਤ ਹੋ ਰਹੀ ਹੈ। ਸੋ ਜਿਹੜੀ ਪਹਿਲੀ ਅਸੀਂ ਵੱਡੀ ਖਬਰ ਸ਼ੁਰੂ ਕੀਤੀ ਸੀ, ਕਿਸਾਨ ਅੰਦੋਲਨ ਜਿੱਤ ਗਏ ਤੇ ਕਿਸਾਨਾਂ ਨੇ ਬਾਗੀਆਂ ਪਾਈਆਂ ਤੇ ਕਿਸਾਨਾਂ ਨੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਆ। ਲੰਘੇ ਕੱਲ੍ਹ ਮੇਰੀ ਰੁਲਦੂ ਸਿੰਘ ਮਾਨਸਾ ਤੇ ਕੁਝ ਕੁ ਹੋਰ ਕਿਸਾਨ ਆਗੂਆਂ ਨਾਲ ਗੱਲ ਵੀ ਹੋਈ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਚਾਹੁੰਦੇ ਤਾਂ ਅੱਜ ਯਾਨੀ ਕਿ 10 ਤਰੀਕ ਨੂੰ ਵੀ ਬਾਰਡਰਾਂ ਤੋਂ ਵਾਪਸੀ ਕਰ ਸਕਦੇ ਸੀ, ਪਰ ਉਹਦਾ ਕਾਰਨ ਇਹ ਹੈ ਕਿ ਜਨਰਲ ਬਿਪਿਨ ਰਾਵਤ ਸਾਹਿਬ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਮੌਤ ਦੀ ਬੁੱਕਲ 'ਚ ਜਾ ਵਸੇ ਆ। ਸੋ 13 ਦੇ ਕਰੀਬ ਹੋਰ ਲੋਕ ਆ ਜਿਹੜੇ ਉਹ ਵੀ ਮੌਤ ਦੀ ਬੁੱਕਲ 'ਚ ਗਏ ਆ। ਉਹ ਕਹਿੰਦੇ ਵੀ ਇੱਕ ਪਾਸੇ ਸੰਸਕਾਰ ਹੋ ਰਿਹਾ ਹੋਵੇ ਤੇ ਅਸੀਂ ਢੋਲ ਦੇ ਉੱਤੇ ਡੱਗਾ ਲਾਉਂਦੇ ਹੋਏ ਪੰਜਾਬ ਦੇ ਵੱਲ ਵਾਪਸ ਪਰਤ ਗਏ, ਇਹ ਗੱਲ ਸ਼ੋਭਦੀ ਨਹੀਂ, ਇਹ ਇਖਲਾਕੀ ਤੌਰ ਦੇ ਉੱਤੇ ਠੀਕ ਨਹੀਂ। ਇਸ ਕਰਕੇ 11 ਤਰੀਕ ਨੂੰ ਸਵੇਰੇ 9 ਵਜੇ ਯਾਨੀ ਕਿ ਭਲਕੇ 9 ਵਜੇ ਕਿਸਾਨਾਂ ਨੇ ਵੱਖ-ਵੱਖ ਬਾਰਡਰਾਂ ਤੋਂ ਰਵਾਨਗੀ ਪਾ ਦੇਣੀ ਆ। ਟਿਕਰੀ ਦੇ ਬਾਰਡਰ ਤੋਂ, ਸਿੰਘੂ ਬਾਰਡਰ ਤੋਂ, ਉਧਰ ਗਾਜ਼ੀਪੁਰ ਦੇ ਬਾਰਡਰ ਤੋਂ ਯੂਪੀ ਵੱਲ ਕਿਸਾਨ ਜਿਹੜੇ ਉਹ ਜਾਣੇ ਸ਼ੁਰੂ ਹੋ ਜਾਣਗੇ। ਇਸ ਕਿਸਾਨ ਅੰਦੋਲਨ ਨੇ 1 ਸਾਲ ਦੇ ਵਿੱਚ ਕੀ ਕੁਝ ਕੀਤਾ, ਕਿਵੇਂ ਇਹ ਜਿੱਤਿਆ ਗਿਆ, ਇਹਦੇ ਬਾਰੇ ਆਪਾਂ ਜਾਣਦੇ ਹਾਂ। ਪਰ ਕੇਂਦਰ ਦੀ ਸਰਕਾਰ ਦੇ ਵੱਲੋਂ ਅਫੀਸ਼ੀਅਲ ਲੈਟਰ ਹੈਡ ਦੇ ਉੱਤੇ ਜਿਹੜੀ ਚਿੱਠੀ ਭੇਜੀ ਗਈ ਹੈ ਲਿਖ ਕੇ, ਜੋ ਉਹਦੇ ਵਿੱਚ ਇਬਾਰਤ ਲਿਖੀ ਹੈ, ਉਹਦਾ ਵੀ ਅਸੀਂ ਵੇਰਵਾ ਸਾਂਝਾ ਕਰਦੇ ਹਾਂ। ਪਰ ਇਹ ਕਿਸਾਨ ਅੰਦੋਲਨ ਸਸਪੈਂਡ ਕੀਤਾ ਗਿਆ ਕਿਉਂਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇੱਕ ਸੁਰਤਾ ਦੇ ਵਿੱਚ ਇਹ ਗੱਲ ਕਹੀ ਹੈ ਵੀ ਜਦੋਂ ਕੇਂਦਰ ਦੀ ਸਰਕਾਰ ਬਹੁ ਗਿਣਤੀ ਗੱਲਾਂ ਦੇ ਉੱਤੇ ਸਹਿਮਤੀ ਪ੍ਰਗਟਾ ਚੁੱਕੀ ਹੈ ਤਾਂ ਫਿਰ ਇਸ ਅੰਦੋਲਨ ਨੂੰ ਅੱਗੇ ਤੋਂ ਅੱਗੇ ਵਧਾਉਣ ਦੀ ਤੁਕ ਕੋਈ ਨਹੀਂ ਬਣਦੀ। ਪਰ ਹਾਂ, ਇਹ ਵੀ ਗੱਲ ਕਹੀ ਗਈ ਹੈ ਕਿ ਸੰਯੁਕਤ ਕਿਸਾਨ ਮੋਰਚਾ ਇਸ ਗੱਲ ਦੇ ਉੱਤੇ ਨਿਗਾਹ ਰੱਖੂਗਾ ਕਿ ਕੀਤੇ ਗਏ ਵਾਅਦੇ, ਚਿੱਠੀ ਦੇ ਵਿੱਚ ਲਿਖੀ ਹੋਈ ਇਬਾਰਤ, ਦਿੱਤੇ ਹੋਏ ਨੁਕਤੇ ਤੇ ਕੀਤੇ ਗਏ ਵਾਅਦਿਆਂ ਦੇ ਮੁਤਾਬਕ ਕੰਮਕਾਜ ਹੁੰਦਾ ਵੀ ਹੈ ਜਾਂ ਫਿਰ ਨਹੀਂ। ਤੇ ਜੇਕਰ ਇੱਦਾਂ ਇਹਨਾਂ ਨੇ ਨਾ ਕੀਤਾ ਤਾਂ ਫਿਰ ਅਸੀਂ ਦੁਬਾਰਾ ਮੁੜ ਅੰਦੋਲਨ ਸ਼ੁਰੂ ਕਰ ਸਕਦੇ ਹਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ।
ਕੇਂਦਰ ਦੇ ਵੱਲੋਂ ਕਿਸਾਨ ਆਗੂਆਂ ਨੂੰ ਭੇਜੀ ਗਈ ਚਿੱਠੀ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਗੱਲ ਕਹੀ ਗਈ ਹੈ ਕਿ MSP ਦੇ ਉੱਤੇ ਪ੍ਰਧਾਨ ਮੰਤਰੀ ਜੀ ਨੇ ਖੁਦ ਤੇ ਬਾਅਦ ਦੇ ਵਿੱਚ ਖੇਤੀ ਮੰਤਰੀ ਨੇ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਕਮੇਟੀ ਦੇ ਵਿੱਚ ਕੇਂਦਰ ਸਰਕਾਰ, ਸੂਬਾ ਸਰਕਾਰ ਤੇ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀ ਤੇ ਖੇਤੀ ਵਿਗਿਆਨੀ ਸ਼ਾਮਲ ਹੋਣਗੇ। ਸਪਸ਼ਟ ਕੀਤਾ ਜਾਂਦਾ ਹੈ ਕਿ ਕਿਸਾਨ ਪ੍ਰਤੀਨਿਧੀਆਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਤੀਨਿਧੀ ਵੀ ਹੋਣਗੇ। ਕਮੇਟੀ ਦਾ ਇੱਕ ਮੈਂਡੇਟ ਇਹ ਹੋਵੇਗਾ ਕਿ ਦੇਸ਼ ਦੇ ਕਿਸਾਨਾਂ ਨੂੰ MSP ਮਿਲਣਾ ਕਿਵੇਂ ਯਕੀਨੀ ਕੀਤਾ ਜਾਵੇ। ਸਰਕਾਰ ਪਹਿਲਾਂ ਹੀ ਇਹ ਵਿਸ਼ਵਾਸ ਦੇ ਚੁੱਕੀ ਹੈ ਕਿ ਦੇਸ਼ ਦੇ ਵਿੱਚ MSP ਦੇ ਉੱਤੇ ਖਰੀਦ ਦੀ ਮੌਜੂਦਾ ਸਥਿਤੀ ਨੂੰ ਜਾਰੀ ਰੱਖਿਆ ਜਾਵੇਗਾ। ਜਿੱਥੋਂ ਤੱਕ ਕਿਸਾਨਾਂ ਦੇ ਅੰਦੋਲਨ ਦੇ ਸਮੇਂ ਦੇ ਕੇਸਾਂ ਦਾ ਸਵਾਲ ਹੈ ਤਾਂ UP, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਹਰਿਆਣਾ ਦੀ ਸਰਕਾਰ ਨੇ ਇਸ ਲਈ ਪੂਰੀ ਤਰ੍ਹਾਂ ਸਹਿਮਤੀ ਦੇ ਦਿੱਤੀ ਹੈ ਕਿ ਤੁਰੰਤ ਅੰਦੋਲਨ ਦੇ ਨਾਲ ਸੰਬੰਧਿਤ ਸਾਰੇ ਕੇਸ ਵਾਪਸ ਲਏ ਜਾਣਗੇ। ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਦੇ ਸੰਬੰਧਿਤ ਵਿਭਾਗਾਂ ਤੇ ਏਜੰਸੀਆਂ ਤੇ ਦਿੱਲੀ ਸਮੇਤ ਸਾਰੇ ਸੰਘ ਸ਼ਾਸਿਤ ਖੇਤਰ ਦੇ ਵਿੱਚ ਅੰਦੋਲਨਕਾਰੀਆਂ ਤੇ ਸਮਰਥਕਾਂ ਦੇ ਉੱਤੇ ਬਣਾਏ ਗਏ ਕੇਸ ਵੀ ਤੁਰੰਤ ਵਾਪਸ ਲੈਣ ਦੀ ਸਹਿਮਤੀ ਪ੍ਰਗਟਾਈ ਗਈ ਹੈ। ਜਿੱਥੋਂ ਤੱਕ ਮੁਆਵਜ਼ੇ ਦਾ ਸਵਾਲ ਹੈ, ਇਹਦੇ ਵਿੱਚ ਹਰਿਆਣਾ ਤੇ UP ਸਰਕਾਰ ਨੇ ਸਿਧਾਂਤਕ ਤੌਰ ਦੇ ਉੱਤੇ ਸਹਿਮਤੀ ਦੇ ਦਿੱਤੀ ਹੈ। ਬਿਜਲੀ ਬਿੱਲ ਦੇ ਵਿੱਚ ਕਿਸਾਨ ਦੇ ਉੱਤੇ ਅਸਰ ਪਾਉਣ ਵਾਲੇ ਨੁਕਤਿਆਂ ਤੇ ਪਹਿਲਾਂ ਸਾਰੇ ਸਟਾਕ ਹੋਲਡਰਜ਼ ਤੇ ਸੰਯੁਕਤ ਕਿਸਾਨ ਮੋਰਚਾ ਨਾਲ ਚਰਚਾ ਹੋਵੇਗੀ ਤੇ ਫਿਰ ਉਸ ਤੋਂ ਬਾਅਦ ਹੀ ਇਹ ਬਿੱਲ ਸਦਨ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਜਿੱਥੋਂ ਤੱਕ ਪਰਾਲੀ ਦੇ ਮੁੱਦੇ ਦਾ ਸਵਾਲ ਹੈ, ਭਾਰਤ ਸਰਕਾਰ ਨੇ ਜੋ ਕਾਨੂੰਨ ਪਾਸ ਕੀਤਾ ਉਸ ਦੀ ਧਾਰਾ 14 ਤੇ 15 ਦੇ ਵਿੱਚ ਅਪਰਾਧਕ ਦੇਣਦਾਰੀ ਤੋਂ ਕਿਸਾਨਾਂ ਨੂੰ ਮੁਕਤੀ ਦਿੱਤੀ ਗਈ ਹੈ। ਸੋ ਉੱਪਰ ਲਿਖੇ ਗਏ ਉਸ ਚਿੱਠੀ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਉੱਪਰ ਲਿਖੇ ਗਏ ਪ੍ਰਸਤਾਵ ਦੇ ਨਾਲ ਪੈਂਡਿੰਗ 5 ਮੰਗਾਂ ਦਾ ਹੱਲ ਹੋ ਜਾਂਦਾ ਹੈ। ਹੁਣ ਕਿਸਾਨ ਅੰਦੋਲਨ ਨੂੰ ਜਾਰੀ ਰੱਖਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਤੇ ਇਹ ਅੰਦੋਲਨ ਸਮਾਪਤ ਕੀਤਾ ਜਾਵੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਤੁਹਾਨੂੰ ਚਿੱਠੀ ਵਿਚਲੀ ਇਬਾਰਤ ਪੜ੍ਹ ਕੇ ਸੁਣਾਈ ਹੈ ਜੋ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਲੰਘੇ ਕੱਲ੍ਹ ਭੇਜੀ ਗਈ, ਤੇ ਇਸ ਚਿੱਠੀ ਦੇ ਮਿਲਣ ਤੋਂ ਬਾਅਦ ਹੀ ਕਿਸਾਨਾਂ ਨੇ ਵਿਕਟਰੀ ਦਾ ਨਿਸ਼ਾਨ ਬਣਾ ਕੇ, ਜਿੱਤ ਦਾ ਨਿਸ਼ਾਨ ਬਣਾ ਕੇ ਇਹ ਗੱਲ ਕਹੀ ਹੈ ਕਿ ਅਸੀਂ ਇਹ ਜੰਗ ਜਿੱਤ ਲਈ ਹੈ, ਅਸੀਂ ਦਿੱਲੀ ਮੋਰਚਾ ਫਤਿਹ ਕਰ ਲਿਆ ਤੇ ਹੁਣ ਅਸੀਂ ਰਵਾਨਗੀ ਆਪੋ ਆਪਣੇ ਨਗਰ, ਖੇੜੇ, ਪਿੰਡ, ਸ਼ਹਿਰ, ਕਸਬੇ ਦੇ ਵੱਲ ਕਰਾਂਗੇ। ਇੱਕ ਹੋਰ ਗੱਲ ਹੈ, ਕਿਸਾਨ ਆਗੂਆਂ ਨੇ ਗੱਲ ਕਹੀ ਹੈ ਕਿ 11 ਤਰੀਕ ਨੂੰ ਸਵੇਰੇ 9 ਵਜੇ ਅਸੀਂ ਵਾਪਸੀ ਦੇ ਝਾਲੇ ਪਾਵਾਂਗੇ ਤੇ ਖੁਸ਼ੀ ਦੀ ਤਸੱਲੀ ਦੀ ਗੱਲ ਇਹ ਹੈ ਕਿ ਹਰਿਆਣੇ ਦੇ ਜਿਹੜੇ ਖੇਤਰਾਂ ਦੇ ਵਿੱਚੋਂ ਪੰਜਾਬ ਦੇ ਕਿਸਾਨ ਲੰਘਣਗੇ ਉਹਨਾਂ ਖੇਤਰਾਂ ਦੇ ਕਿਸਾਨਾਂ ਵੱਲੋਂ ਫੁੱਲਾਂ ਦੀ ਵਰਖਾ ਪੰਜਾਬ ਦੇ ਕਿਸਾਨਾਂ ਉੱਤੇ ਕਰਨ ਦਾ ਐਲਾਨ ਕੀਤਾ ਗਿਆ। ਦੇਖੋ, ਇਹ ਭਾਈਚਾਰੇ ਦੀ, ਇਹ ਇੱਕ ਸਾਂਝ ਦੀ ਕਿਹੋ ਜਿਹੀ ਗੱਲ ਹੈ। ਭਾਵੇਂ ਹੁਣ ਤੱਕ ਸਾਡੇ ਜਿੰਨੇ ਮਰਜ਼ੀ ਵਖਰੇਵੇਂ ਪਏ ਰਹੇ ਹੋਣ, ਪਰ ਜਿਸ ਤਰੀਕੇ ਦੇ ਨਾਲ 1 ਸਾਲ ਤੋਂ ਵੱਧ ਦਾ ਸਮਾਂ ਬੈਠਿਆਂ ਨੂੰ ਉੱਥੇ ਹੋਗਾ ਤੇ ਇੱਕੋ ਟਰਾਲੀ ਦੇ ਵਿੱਚ ਜਿਹੜੇ ਭੈਣਾਂ ਵੀਰ ਸਾਰੇ ਸੌਂਦੇ ਰਹੇ ਆ, ਉਹਨਾਂ ਨੂੰ ਸਲਾਮ ਵੀ ਕਰਨੀ ਬਣਦੀ ਹੈ ਤੇ ਉਹਨਾਂ ਦੇ ਪਿਆਰ ਦਾ ਪ੍ਰਗਟਾਵਾ ਦੇਖੋ ਇੱਥੋਂ ਪਤਾ ਲੱਗਦਾ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ 13 ਤਰੀਕ ਨੂੰ ਪੰਜਾਬ ਦੇ 32 ਕਿਸਾਨ ਜਥੇਬੰਦੀਆਂ ਦੇ ਆਗੂ ਆ ਜਿਹੜੇ ਆਪਣੇ ਸਮਰਥਕਾਂ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾਣਗੇ ਤੇ 15 ਤਰੀਕ ਤੋਂ ਜਿੱਥੇ ਵੀ ਕਿਸਾਨ ਸੰਘਰਸ਼ ਸ਼ੁਰੂ ਹੋਇਆ ਵਿਆ, ਜਿੱਥੇ ਵੀ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਭਾਵੇਂ ਉਹ ਰਿਲਾਇੰਸ ਦੇ ਪੈਟਰੋਲ ਪੰਪ ਹੋਣ, ਭਾਵੇਂ ਸ਼ੋਰੂਮਾਂ ਦੇ ਅੱਗੇ ਹੋਵੇ, ਭਾਵੇਂ ਟੋਲ ਪਲਾਜ਼ਾ ਦੇ ਉੱਤੇ ਬੈਠੇ ਕਿਸਾਨ ਆ, ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਮੋਰਚੇ 15 ਦਸੰਬਰ ਤੋਂ ਬਾਅਦ ਸਮਾਪਤ ਕਰ ਦਿੱਤੇ ਜਾਣਗੇ, ਹਟਾ ਦਿੱਤੇ ਜਾਣਗੇ। ਸੋ ਇਹ ਅੰਦੋਲਨ ਦੀ ਇੱਕ ਬਹੁਤ ਵੱਡੀ ਜਿੱਤ ਹੈ। ਜਿਸ ਤਰੀਕੇ ਦੇ ਨਾਲ ਪੜਾਅਵਾਰ ਇਹ ਅੰਦੋਲਨ ਅੱਗੇ ਵਧਿਆ, 1 ਸਾਲ ਦੇ ਵਿੱਚ ਯਾਨੀ ਕਿ 378 ਦਿਨ ਲੱਗੇ ਇੱਥੇ, 378 ਦਿਨਾਂ ਬਾਅਦ ਇਹ ਅੰਦੋਲਨ ਵਾਪਸ ਲੈਣ ਦੀ ਗੱਲ ਕੀਤੀ ਗਈ ਹੈ। ਇਹਦੇ ਵਿੱਚ ਜੋ ਮੋੜ ਆਏ, ਕਦੇ ਕਦਾਈ ਇਹ ਲੱਗਦਾ ਸੀ ਕਿ ਇਹ ਅੰਦੋਲਨ ਖਤਮ ਹੋ ਗਿਆ, ਫਿਰ ਕਦੇ ਕਦਾਈ ਇਹ ਲੱਗਦਾ ਸੀ ਕਿ ਜੋਸ਼ ਭਰਿਆ ਗਿਆ, ਫਿਰ ਕਦੇ ਇਹ ਲੱਗਦਾ ਸੀ ਕਿ ਕਿਸਾਨ ਘਟ ਜਾ ਰਹੇ ਆ, ਫਿਰ ਕਦੇ ਇਹ ਲੱਗਦਾ ਸੀ ਕਿ ਜਦੋਂ ਵੀ ਕੋਈ ਹੁਕਮ ਹੁੰਦਾ, ਜਦੋਂ ਵੀ ਕੋਈ ਪ੍ਰੋਗਰਾਮ ਦਿੱਤਾ ਜਾਂਦਾ, ਕਿਸਾਨ ਫਿਰ ਉੱਥੇ ਹੁਮ-ਹੁਮਾ ਕੇ ਪਹੁੰਚਦੇ ਆ। ਪਰ ਇਹ ਅੰਦੋਲਨ ਸਾਡੇ ਸਭ ਦੇ ਸਨਮਾਨ ਦੇ ਵਿੱਚ ਵਾਧਾ ਕਰ ਗਿਆ। ਇਹ ਜੇਤੂ ਤਰੀਕੇ ਦੇ ਨਾਲ ਜੋ ਵਾਅਦਾ ਕਰਕੇ ਗਿਆ, ਇਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਅੰਦੋਲਨ ਦੇ ਵਿੱਚ ਸਭ ਦਾ ਹੀ ਯੋਗਦਾਨ ਆ, ਪਰ ਇਹ ਅੰਦੋਲਨ ਉਦੋਂ ਉਖੜ ਚੱਲਿਆ ਸੀ ਜਦੋਂ ਗਾਜ਼ੀਪੁਰ ਬਾਰਡਰ ਦੇ ਉੱਤੇ ਪੁਲਿਸ ਪਹੁੰਚ ਗਈ ਸੀ, ਜਦੋਂ ਰਾਕੇਸ਼ ਟਕੈਤ ਦੀ ਗ੍ਰਿਫਤਾਰੀ ਹੋਣ ਲੱਗੀ ਸੀ। 2 ਅਥਰੂਆਂ ਨੇ ਇਸ ਅੰਦੋਲਨ ਨੂੰ ਬਚਾਇਆ। ਨੈਗੇਟਿਵ ਪੋਜ਼ੀਟਿਵ ਹਰ ਗੱਲ ਦੇ ਹੁੰਦੇ ਆ, ਪਰ ਅਸੀਂ ਇਸ ਗੱਲ ਨੂੰ ਕਦੇ ਭੁੱਲ ਨਹੀਂ ਸਕਦੇ ਕਿ ਉਹਨਾਂ ਅਥਰੂਆਂ ਨੇ ਵੀ ਇਸ ਅੰਦੋਲਨ ਨੂੰ ਬਚਾਇਆ ਤੇ ਬਾਕੀ ਸਭਨਾਂ ਭੈਣਾਂ ਵੀਰਾਂ ਦਾ ਯੋਗਦਾਨ ਬਹੁਤ ਵੱਡਾ ਹੈਗਾ ਹੀ ਹੈ, ਇਹਦੇ ਵਿੱਚ ਕੋਈ ਦੋ ਰਾਇ ਨਹੀਂ। ਪਰ ਹੁਣ ਜਦੋਂ ਇਹ ਮੋਰਚਾ ਜਿੱਤ ਲਿਆ ਗਿਆ ਤਾਂ ਪੰਜਾਬ ਦੇ ਵਿੱਚ ਕ੍ਰੈਡਿਟ ਵਾਰ ਸ਼ੁਰੂ ਹੋ ਗਈ ਹੈ, ਸਿਹਰਾ ਲੈਣ ਦੀ ਦੌੜ ਸ਼ੁਰੂ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹੀ ਹੈ ਕਿ ਮੈਂ ਵਾਰ-ਵਾਰ ਕੇਂਦਰ ਦੀ ਸਰਕਾਰ ਤੱਕ ਪਹੁੰਚ ਕੀਤੀ, ਇਸ ਕਰਕੇ ਕਿਸਾਨ ਜੇਤੂ ਰੂਪ ਦੇ ਵਿੱਚ ਅੰਦੋਲਨ ਖਤਮ ਕਰਕੇ ਵਾਪਸ ਆ ਰਹੇ ਆ। ਕੇਂਦਰ ਦੀ ਸਰਕਾਰ ਨੇ ਖੇਤੀ ਕਾਨੂੰਨ ਇਸ ਕਰਕੇ ਵਾਪਸ ਲੈਣ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਜੀ ਕਿ ਜਦੋਂ ਮੇਰੀ ਸਰਕਾਰ ਸੀ, ਯਾਨੀ ਕਿ ਮੈਂ ਮੁੱਖ ਮੰਤਰੀ ਸੀ, ਕਿਸਾਨਾਂ ਨੂੰ ਹਰ ਕਿਸਮ ਦੀ ਸਹੂਲਤ ਜਿਹੜੀ ਉਹ ਪਹੁੰਚ ਨਹੀਂ ਰਹੀ ਹੈ। ਅਸੀਂ ਹਮੇਸ਼ਾ ਕਿਸਾਨੀ ਦੇ ਹੱਕ ਦੇ ਵਿੱਚ ਖੜੇ ਰਹੇ ਹਾਂ ਤੇ ਕੇਂਦਰ ਦੀ ਸਰਕਾਰ ਨੇ ਬਹੁਤ ਕਮਾਲ ਕੀਤੀ ਆ। ਇਸ ਕਰਕੇ ਧੰਨਵਾਦੀ ਹਾਂ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਵੀ, ਉਹਨਾਂ ਦੇ ਕਹਿਣ ਮੁਤਾਬਕ। ਪਰ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਵਰਤਮਾਨ ਮੁੱਖ ਮੰਤਰੀ ਆ, ਉਹਨਾਂ ਨੇ ਕਿਹਾ ਜੀ ਕਿ ਕੱਖ ਨਹੀਂ ਕੀਤਾ ਤੁਸੀਂ, 4.5 ਸਾਲ ਦੇ ਵਿੱਚ ਕੀਤਾ ਕੀ ਹੈ। ਹੁਣ ਤੁਸੀਂ ਸਿਹਰਾ ਲੈਣ ਦੀ ਦੌੜ ਦੇ ਵਿੱਚੋਂ ਇਹ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਹੈ,
ਇਹ ਕਿਸਾਨਾਂ ਦੇ ਜਜ਼ਬੇ ਦੀ ਜਿੱਤ ਹੈ, ਇਹ ਕਿਸਾਨਾਂ ਦੇ ਅਕੀਦੇ ਦੀ ਜਿੱਤ ਹੈ, ਇਹ ਕਿਸਾਨਾਂ ਦੀ ਇਕਜੁੱਟਤਾ ਦੀ ਜਿੱਤ ਹੈ, ਇਹ ਕਿਸਾਨਾਂ ਦੀ ਦੂਰਦ੍ਰਿਸ਼ਟੀ ਦੀ ਜਿੱਤ ਹੈ। ਇਹਦੇ ਵਿੱਚ ਕਿਸੇ ਹੋਰ ਦਾ ਯੋਗਦਾਨ ਨਹੀਂ, ਤੁਹਾਡਾ ਤਾਂ ਬਿਲਕੁਲ ਵੀ ਨਹੀਂ। ਯਾਨੀ ਕਿ ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਦੇਖੋ ਅਸੀਂ ਕਿੰਨਾ ਮਹਾਨ ਕੰਮ ਕਰਤਾ, ਕਿਸਾਨਾਂ ਦੇ ਅਸੀਂ ਨਾਲ ਖੜੇ ਹਾਂ, ਇਸ ਕਰਕੇ ਅੰਦੋਲਨ ਵਾਪਸ ਲੈ ਲਿਆ ਉਹਨਾਂ ਨੇ ਤੇ ਅਸੀਂ ਕਾਨੂੰਨ ਰੱਦ ਕਰਤੇ। ਅਕਾਲੀ ਦਲ ਦੇ ਆਗੂ ਕਹਿੰਦੇ ਜੀ ਕਿ ਅਸੀਂ ਵਾਰ-ਵਾਰ ਇਹ ਗੱਲ ਕਹੀ, ਕੇਂਦਰ ਦੀ ਸਰਕਾਰ ਤੱਕ ਪਹੁੰਚਾਈ, ਇਹ ਤਾਂ ਅੰਦੋਲਨ ਸਮਾਪਤ ਹੋਇਆ, ਤਾਂ ਕਰਕੇ ਕਾਨੂੰਨ ਵਾਪਸ ਲਏ ਆ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੇਰੇ ਕਹੇ ਤੇ ਸਾਰਾ ਕੁਝ ਹੋਇਆ, ਤੇ ਵਰਤਮਾਨ ਸਰਕਾਰ ਦੇ ਕਈ ਮੰਤਰੀ ਕਹਿੰਦੇ ਜੀ ਕਿ ਸਾਡੇ ਕਹੇ ਤੇ ਸਾਰਾ ਕੁਝ ਹੋਇਆ। ਭਾਵੇਂ ਕਿਸੇ ਦੇ ਕਹੇ ਤੇ ਵੀ ਕੁਝ ਵੀ ਹੋਇਆ, ਪਰ ਜਜ਼ਬੇ ਵਾਲੇ ਲੋਕਾਂ ਨੂੰ ਸਲਾਮ ਕਰਨੀ ਬਣਦੀ ਹੈ। ਇਹ ਅੰਦੋਲਨ ਜਿੱਤ ਲਿਆ, ਬਾਕੀ ਗੱਲਾਂ ਬਾਅਦ ਦੀਆਂ, ਕਿਹਨੇ ਕਿਹਨੂੰ ਵੋਟ ਪਾਉਣੀ ਹੈ, ਕਿਹਨੇ ਕਿਹਨੂੰ ਨਹੀਂ ਪਾਉਣੀ, ਇਹ ਉਹਦੀ ਨਿੱਜੀ ਮਰਜ਼ੀ ਹੈ, ਪਰ ਅੰਦੋਲਨ ਜਿੱਤਿਆ ਗਿਆ। ਇਹ ਬਹੁਤ ਵੱਡੀ ਪ੍ਰਾਪਤੀ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ। ਅੰਦੋਲਨ ਅਸੀਂ ਜਿੱਤ ਲਿਆ ਲਗਾਤਾਰ 378 ਤੋਂ ਵੱਧ ਦਿਨਾਂ ਤੋਂ, ਕਿਉਂਕਿ 378 ਦਿਨ ਤਾਂ ਸਾਨੂੰ ਆ ਜਿਹੜਾ ਉਹ ਬਾਰਡਰਾਂ ਦੇ ਉੱਤੇ ਹੋਏ ਆ। ਉਸ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਇਹ ਅੰਦੋਲਨ ਸ਼ੁਰੂ ਹੋ ਗਿਆ ਸੀ ਤੇ ਆਪਾਂ ਕਹਿ ਸਕਦੇ ਹਾਂ ਕਿ 1.25 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਜਦੋਂ ਪੰਜਾਬ ਦੇ ਸਾਰੇ ਦੇ ਸਾਰੇ ਟੋਲ ਪਲਾਜ਼ੇ ਬੰਦ ਪਏ ਆ। ਟੋਲ ਪਲਾਜ਼ੇ ਬੰਦ ਹੋਣ ਕਰਕੇ ਕੇਂਦਰ ਦੀ ਸਰਕਾਰ ਨੂੰ ਝਟਕਾ ਵੀ ਲੱਗਿਆ। ਪਿਛਲੇ ਦਿਨੀ ਨਿਤਿਨ ਗਡਕਰੀ ਜਿਹੜੇ ਕਿ ਸੜਕੀ ਆਵਾਜਾਈ ਵਿਭਾਗ ਦੇ ਮੰਤਰੀ ਆ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਦੇਖੋ ਜੀ ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਟੋਲ ਪਲਾਜ਼ੇ ਬੰਦ ਹੋਏ ਆ, ਉਹਦੇ ਕਰਕੇ ਹਜ਼ਾਰਾਂ ਕਰੋੜ ਰੁਪਏ ਦਾ ਹੁਣ ਤੱਕ ਦਾ ਨੁਕਸਾਨ ਹੋ ਚੁੱਕਿਆ। ਪਰ ਇਹਦੇ ਵਿੱਚ ਕੋਈ ਦੋ ਰਾਇਆ ਵੀ ਨਹੀਂ ਤੇ ਇਹ ਗੱਲ ਸੱਚੀ ਵੀ ਹੈ ਕਿ ਹੁਣ ਜਦੋਂ ਕਿਸਾਨਾਂ ਨੇ ਵਾਪਸੀ ਦੇ ਚਾਲੇ ਪਾ ਦੇਣੇ ਆ ਤੇ ਨਾਲ ਦੀ ਨਾਲ ਹੀ ਉਹਨਾਂ ਟੋਲ ਪਲਾਜ਼ਾ ਨੇ ਫੇਰ ਸ਼ੁਰੂ ਹੋ ਜਾਣਾ ਤੇ ਰਕਮ ਹੁਣ ਵੱਧ ਜਾਣੀ ਆ ਤੇ ਰਕਮ ਵਧਾਉਣ ਦਾ ਪ੍ਰਬੰਧ ਵੀ ਕਰ ਲਿਆ ਗਿਆ। ਮੰਨ ਲਓ ਅੱਗੇ ਅਸੀਂ ਟੋਲ ਪਲਾਜ਼ਾ ਪਾਰ ਕਰਦੇ ਸੀ, ਜਿੱਥੇ 100 ਰੁਪਈਆ ਲੱਗਦਾ ਸੀ ਉੱਥੇ 125 ਰੁਪਈਏ ਦਾ ਪ੍ਰਬੰਧ ਹੋ ਗਿਆ, ਜਿੱਥੇ 125 ਲੱਗਦਾ ਸੀ ਉੱਥੇ 150 160 ਦਾ ਪ੍ਰਬੰਧ ਹੋ ਗਿਆ। ਇਸ ਤਰੀਕੇ ਦੇ ਪ੍ਰਬੰਧ ਕਰ ਲਏ ਗਏ ਆ। ਸੋ ਜੇਬਾਂ ਢਿੱਲੀਆਂ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ। ਫਾਸਟ ਟੈਗ ਆ ਜਿਹੜਾ ਉਹ ਆਪਦਾ ਲਵਾਉਣ ਦਾ ਪੂਰਾ ਪ੍ਰਬੰਧ ਕਰ ਲੈਣਾ ਚਾਹੀਦਾ, ਕਿਉਂਕਿ ਆਪਾਂ ਜਾਣਦੇ ਹਾਂ ਕਿ ਹੁਣ ਤੱਕ ਬਹੁਤ ਕੁਝ ਹੋਇਆ ਤੇ ਬਹੁਤ ਕੁਝ ਇੱਥੇ ਸੰਘਰਸ਼ ਦੇ ਰੂਪ ਦੇ ਵਿੱਚ ਚੰਗੇ ਨਤੀਜੇ ਵੀ ਸਾਹਮਣੇ ਇਸ ਰੂਪ ਦੇ ਵਿੱਚ ਆਏ ਕਿ ਜਿਹੜੇ ਇਹ ਟੋਲ ਪਲਾਜ਼ਿਆਂ ਵਾਲੇ ਕਦੇ 25 ਪੈਸੇ ਨਹੀਂ ਕਿਸੇ ਨੂੰ ਛੱਡਦੇ ਹੁੰਦੇ ਤੇ ਉੱਥੇ ਟੋਲ ਪਲਾਜ਼ਾ ਦੇ ਉੱਤੇ ਸੁੰਨ ਪਸਰੀ ਹੋਈ ਸੀ, ਕਿਉਂਕਿ ਕਿਸਾਨ ਆ ਜਿਹੜੇ ਹਰ ਥਾਂ ਦੇ ਉੱਤੇ ਬੈਠੇ ਹੋਏ ਸੀ ਪੰਜਾਬ ਦੇ ਵਿੱਚ। ਤੇ ਉਧਰ ਜਿਹੜੀਆਂ ਸੰਬੰਧਿਤ ਕੰਪਨੀਆਂ ਤੇ ਕੇਂਦਰ ਦੀ ਸਰਕਾਰ ਆ ਜਿਹੜੀ, ਉਹ ਇਸ ਗੱਲ ਦੀ ਉਡੀਕ ਦੇ ਵਿੱਚ ਸੀ ਵੀ ਜਿਸ ਦਿਨ ਵੀ ਇਹ ਕਿਸਾਨ ਅੰਦੋਲਨ ਸਮਾਪਤ ਹੋ ਗਿਆ, ਜਦੋਂ ਵੀ ਹੋਇਆ ਨਾਲ ਦੀ ਨਾਲ ਟੋਲ ਪਲਾਜ਼ੇ ਸ਼ੁਰੂ ਕਰਾਂਗੇ। ਸਫਾਈ ਜੀ ਆ ਜਿਹੜੀ ਉਹ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਸੀ ਤੇ ਇਸ ਗੱਲ ਦੀ ਆਸ ਵੱਜ ਗਈ ਸੀ ਵੀ ਅੰਦਰ ਖਾਤੇ ਸਾਰਾ ਕੁਝ ਹੋ ਹੀ ਜਾਂਦਾ ਜਾਂ ਹੋ ਹੀ ਜਾਣਾ। ਸੋ ਜੇਬਾਂ ਢਿੱਲੀਆਂ ਕਰਨ ਦਾ ਵੇਲਾ ਆ ਗਿਆ। ਹੁਣ ਇੱਕ ਵਾਰ ਫਿਰ ਤੁਹਾਡੀ ਸਾਡੀ ਜੇਬ ਦੇ ਉੱਤੇ ਬੋਝ ਪਾਊਗਾ। ਵਹੀਕਲ ਲੰਘਾਉਣ ਦੇ ਲਈ ਪੈਸੇ ਹੁਣ ਵੱਧ ਦੇਣੇ ਪਿਆ ਕਰਨਗੇ ਤੇ ਕਿਸੇ ਦੇ ਉੱਤੇ ਕੋਈ ਜ਼ੋਰ ਵੀ ਨਹੀਂ ਹੁਣ ਹੋਣਾ। ਤੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਾਂ ਜਿਹੜੀਆਂ ਟੋਲ ਕੰਪਨੀਆਂ ਨੇ, ਉਹਨਾਂ ਨੇ ਇਹ ਸਾਰੇ ਪੈਸੇ ਜਿਹੜੇ ਕਿ ਘਾਟੇ ਦੇ ਰੂਪ ਦੇ ਵਿੱਚ ਹੈ, ਇਹ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਪੂਰੇ ਕਰ ਲੈਣੇ ਆ। ਸਾਨੂੰ ਇਸ ਗੱਲ ਦੇ ਲਈ ਵੀ ਜ਼ਿਹਨੀ ਤੌਰ ਦੇ ਉੱਤੇ ਤਿਆਰ ਰਹਿਣਾ ਚਾਹੀਦਾ। ਘਾਟਾ ਉਹਨਾਂ ਨੂੰ ਪਿਆ ਵਕਤੀ ਤੌਰ ਦੇ ਉੱਤੇ, ਕਮਾਈ ਉਹਨਾਂ ਦੀ ਵਧਣੀ ਆ ਹਮੇਸ਼ਾ ਦੇ ਲਈ। ਕਿਉਂਕਿ ਮੈਂ ਨਹੀਂ ਕਦੇ ਦੇਖਿਆ ਵੀ ਟੋਲ ਪਲਾਜ਼ੇ ਦੇ ਉੱਤੇ ਅੱਜ ਆ ਮੰਨ ਲਓ 70 ਰੁਪਏ ਲੱਗਦੇ ਆ ਤੇ ਕਦੇ ਕੋਈ ਇਹੋ ਜਿਹਾ ਵੇਲਾ ਆਊਗਾ ਵੀ ਉਹਨਾਂ ਨੇ 17 ਤੋਂ ਘਟਾ ਕੇ ਤੇ 50 ਕਰਤੇ, 40 ਕਰਤੇ। ਇਹ 17 ਦੀ ਥਾਂ ਦੇ ਉੱਤੇ 80 ਵੀ ਹੁੰਦੇ ਆ, 100 ਵੀ ਹੁੰਦਾ, 125 ਵੀ ਹੁੰਦਾ, ਪਰ ਪਛਾਣ ਵਾਲਾ ਗੇਅਰ ਕਦੇ ਨਹੀਂ ਪਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ ਪੰਜਾਬ ਤੇ ਹਰਿਆਣੇ ਵਿੱਚ ਕਿੰਨੇ ਟੋਲ ਪਲਾਜ਼ੇ ਆ, ਕਿੰਨਾ ਕੁ ਨੁਕਸਾਨ ਹੋਇਆ ਤੇ ਕਦੋਂ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ, ਤੇ ਫਿਰ ਕਰਾਂਗੇ ਟਿੱਪਣੀ। ਕਿਸਾਨ ਅੰਦੋਲਨ ਦੇ ਕਰਕੇ ਪੰਜਾਬ ਹਰਿਆਣਾ ਦੇ ਵਿੱਚ ਲਗਭਗ 1 ਸਾਲ ਤੋਂ ਬੰਦ ਪਏ ਟੋਲ ਪਲਾਜ਼ੇ ਭਲਕ ਤੋਂ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਕਿਸਾਨ ਸਾਲ ਭਰ ਤੋਂ ਦੋਹਾਂ ਸੂਬਿਆਂ ਦੇ ਵਿੱਚ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਦੇ ਉੱਤੇ ਬਣੇ 2 ਦਰਜਨ ਤੋਂ ਵੱਧ ਟੋਲ ਪਲਾਜ਼ਿਆਂ ਦੇ ਉੱਤੇ ਧਰਨਾ ਦੇ ਰਹੇ ਸਨ। ਇਸ ਕਰਕੇ ਟੋਲ ਪਲਾਜ਼ਿਆਂ ਤੋਂ ਵਸੂਲੀ ਬੰਦ ਪਈ ਸੀ। ਪੰਜਾਬ ਦੇ ਵਿੱਚ 4 ਪਹੀਆ ਜਾਂ ਇਸ ਤੋਂ ਵੱਧ ਪਹੀਆ ਵਾਹਨਾਂ ਦੇ ਉੱਤੇ ਸਫ਼ਰ ਕਰਨ ਵਾਲੇ ਲੋਕ ਨੇ ਜਿਹੜੇ, ਉਹ 1.5 ਸਾਲ ਤੋਂ ਬਿਨਾਂ ਟੋਲ ਪਲਾਜ਼ਾ ਦੇ ਉੱਤੇ ਕੋਈ ਰਕਮ ਦਿੱਤਿਆਂ ਆ ਜਾ ਰਹੇ ਸਨ। ਹੁਣ ਕਿਸਾਨ ਅੰਦੋਲਨ ਦੇ ਖਤਮ ਹੁੰਦਿਆਂ ਹੀ ਸਭ ਨੂੰ ਆਪਣੀ ਜੇਬ ਢਿੱਲੀ ਕਰਨੀ ਪਏਗੀ। ਫਿਲਹਾਲ ਤਾਂ ਕੁਝ ਕੁ ਦੇਰ ਦੇ ਲਈ ਪੁਰਾਣੀ ਰੇਟ ਦੇ ਉੱਤੇ ਟੋਲ ਚੱਲੇਗਾ, ਪਰ ਸੰਭਾਵਨਾ ਇਹ ਪਤਾ ਲੱਗੀ ਹੈ ਕਿ ਕੇਂਦਰ ਸਰਕਾਰ ਟੋਲ ਪਲਾਜ਼ਾ ਦੇ ਰੇਟ ਵਧਾ ਸਕਦੀ ਹੈ। ਪਿਛਲੇ 1.5 ਸਾਲ ਤੋਂ ਟੋਲ ਨਾ ਦੇਣ ਕਰਕੇ ਹੋ ਸਕਦਾ ਕਈਆਂ ਨੂੰ ਇਹ ਗੱਲ ਵੀ ਭੁੱਲ ਗਈ ਹੋਵੇ ਕਿ ਪੰਜਾਬ ਤੇ ਹਰਿਆਣਾ ਦੇ ਮੁੱਖ ਸ਼ਹਿਰਾਂ ਤੋਂ ਦਿੱਲੀ ਵੱਲ ਜਾਂਦਿਆਂ ਕਿੰਨਾ ਟੋਲ ਲੱਗਦਾ ਹੈ, ਪਰ ਇਹਦੀ ਜਾਣਕਾਰੀ ਹੁਣ ਵਧਵੇਂ ਰੂਪ ਦੇ ਵਿੱਚ ਸਾਹਮਣੇ ਆਵੇਗੀ। ਚੰਡੀਗੜ੍ਹ ਤੋਂ ਦਿੱਲੀ ਦਰਮਿਆਨ 4 ਟੋਲ ਪਲਾਜ਼ਾ ਪੈਂਦੇ ਨੇ। ਇਸ ਦੇ ਵਿੱਚ ਦਪਰ, ਘਰੌਂਡਾ, ਪਾਣੀਪਤ ਤੇ ਮੁਰਥਲ ਸ਼ਾਮਲ ਨੇ। ਇੱਥੇ ਕਾਰ ਚਾਲਕਾਂ ਨੂੰ ਇੱਕ ਪਾਸੇ ਦੇ ਸਫ਼ਰ ਦੇ ਉੱਤੇ 250 ਤੋਂ ਲੈ ਕੇ 300 ਰੁਪਏ ਟੋਲ ਦੇਣਾ ਪਵੇਗਾ। ਅੰਮ੍ਰਿਤਸਰ ਤੋਂ ਦਿੱਲੀ ਦਰਮਿਆਨ 8 ਟੋਲ ਪਲਾਜ਼ਾ ਨੇ। ਢਿੱਲਵਾਂ, ਨਿਜਰਪੁਰਾ, ਲਾਡੋਵਾਲ, ਸ਼ੰਭੂ, ਘਰੌਂਡਾ, ਪਾਣੀਪਤ ਤੇ ਮੁਰਥਲ। ਕਾਰ ਚਾਲਕਾਂ ਨੂੰ ਇੱਥੇ ਇੱਕ ਪਾਸੇ ਦੇ ਸਫ਼ਰ ਦੇ ਉੱਤੇ ਤਕਰੀਬਨ 500 ਰੁਪਏ ਟੋਲ ਦੇਣਾ ਪਵੇਗਾ। ਪਠਾਨਕੋਟ ਤੋਂ ਹੁਸ਼ਿਆਰਪੁਰ ਆਉਣ ਦੇ ਉੱਤੇ ਮਾਨਸਰ ਟੋਲ ਪਲਾਜ਼ੇ ਦੇ ਉੱਤੇ 105 ਰੁਪਏ ਦੇਣੇ ਪੈਣਗੇ।
ਪਠਾਨਕੋਟ ਤੋਂ ਦਿੱਲੀ ਦਰਮਿਆਨ 7 ਟੋਲ ਪਲਾਜ਼ੇ ਨੇ। ਝੁਲਾਂਗ, ਮਾਨਸਰ, ਲਾਡੋਵਾਲ, ਸ਼ੰਭੂ, ਘਰੌਂਡਾ, ਪਾਣੀਪਤ ਤੇ ਮੁਰਥਲ। ਇੱਥੇ ਕਾਰ ਚਾਲਕਾਂ ਨੂੰ ਇੱਕ ਪਾਸੇ ਦੇ ਸਫ਼ਰ ਦੇ ਉੱਤੇ ਲਗਭਗ 600 ਤੇ 40 ਰੁਪਏ ਕੁੱਲ ਟੋਲ ਪਲਾਜ਼ਾ ਦੇਣਾ ਪਵੇਗਾ। ਹੁਸ਼ਿਆਰਪੁਰ ਤੋਂ ਦਿੱਲੀ ਦਰਮਿਆਨ ਕੁੱਲ 5 ਟੋਲ ਪੈਂਦੇ ਨੇ। ਲਾਡੋਵਾਲ, ਸ਼ੰਭੂ, ਘਰੌਂਡਾ, ਪਾਣੀਪਤ ਤੇ ਮੁਰਥਲ ਕਾਰ ਚਾਲਕਾਂ ਨੂੰ ਇੱਕ ਪਾਸੇ ਦੇ ਸਫ਼ਰ ਦੇ ਉੱਤੇ ਲਗਭਗ 445 ਰੁਪਏ ਸਾਰੇ ਟੋਲ ਦੇ ਉੱਤੇ ਦੇਣੇ ਪੈਂਦੇ ਨੇ, ਯਾਨੀ ਕਿ ਕੁੱਲ 445 ਰੁਪਏ। ਬਠਿੰਡਾ ਤੋਂ ਦਿੱਲੀ ਦਰਮਿਆਨ 4 ਟੋਲ ਪੈਂਦੇ ਨੇ ਤੇ ਇੱਕ ਪਾਸੇ ਦੇ ਸਫ਼ਰ ਦੇ ਉੱਤੇ ਲਗਭਗ 285 ਰੁਪਏ ਟੋਲ ਦੇਣਾ ਪੈਂਦਾ ਹੈ। ਹਿਸਾਰ ਤੋਂ ਦਿੱਲੀ ਤੱਕ 3 ਟੋਲ ਪੈਂਦੇ ਨੇ। ਰੋਹਾੜ, ਮਦੀਨਾ, ਕੋਰਸਾਂ ਤੇ ਰਮਾਇਣ ਕਾਰ ਚਾਲਕਾਂ ਨੂੰ ਇੱਕ ਪਾਸੇ ਦੇ ਸਫ਼ਰ ਦੇ ਉੱਤੇ 205 ਰੁਪਏ ਟੋਲ ਦੇਣਾ ਪਵੇਗਾ। ਇਹ ਵਕਤੀ ਤੌਰ ਦੇ ਉੱਤੇ ਹੈ, ਜਦ ਕਿ ਮੰਨਿਆ ਜਾ ਰਿਹਾ ਕਿ 2-3 ਹਫ਼ਤਿਆਂ ਦੇ ਵਿੱਚ ਇਹਦੀ ਕੀਮਤ ਦੇ ਵਿੱਚ ਕਾਫੀ ਵਾਧਾ ਹੋ ਜਾਣਾ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਟੋਲ ਪਲਾਜ਼ਾ ਖਤਮ ਹੋਣ ਦੇ ਕਰਕੇ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਸੀ। ਅਸੀਂ ਬਹੁਤ ਵਾਰ ਉੱਥੋਂ ਆਏ ਗਏ ਹਾਂ, ਵੱਖ-ਵੱਖ ਟੋਲ ਪਲਾਜ਼ਿਆਂ ਤੋਂ ਲੰਘੇ ਆ, ਪਰ ਉਦੋਂ ਮਾਣ ਹੁੰਦਾ ਸੀ ਵੀ ਬੇਸ਼ੱਕ ਉਹਨਾਂ ਟੋਲ ਪਲਾਜ਼ਿਆਂ 'ਤੇ ਪੱਲੀਆਂ ਜਾਂ ਤਰਪੈਲਾਂ ਪਾ ਕੇ ਮੀਂਹ ਕਣੀ ਤੋਂ ਬਚਣ ਦੇ ਲਈ, ਧੁੰਦ ਤਰੇਲ ਤੋਂ ਬਚਣ ਦੇ ਲਈ ਭਾਵੇਂ ਉੱਥੇ 10 ਕਿਸਾਨ ਹੀ ਬੈਠੇ ਹੋਣ, ਪਰ ਇਉਂ ਲੱਗਦਾ ਸੀ ਵੀ ਇਹ ਸਾਡੇ ਆਪਣੇ ਆ। ਅਤੇ ਦੇਖੋ ਵੱਡੀਆਂ ਕੰਪਨੀਆਂ ਨੂੰ ਬੰਦ ਕਰਾਉਣ ਦੀ ਇਹ ਕਿੰਨੀ ਵੱਡੀ ਤਾਕਤ ਰੱਖਦੇ ਆ। ਉਹ ਕੰਪਨੀਆਂ ਜਿਹੜੀਆਂ ਕਿ ਇੱਧਰ ਨੂੰ ਜਾਣ ਦੇ ਪੈਸੇ ਵੀ ਲੈਂਦੀਆਂ ਅਤੇ ਇੱਧਰੋਂ ਆਉਣ ਦੇ ਵੀ ਪੈਸੇ ਲੈਂਦੀਆਂ। ਸਾਡੇ ਪੈਸੇ, ਸਾਡੀ ਗੱਡੀ, ਰੋਡ ਟੈਕਸ ਅਸੀਂ ਗੱਡੀ ਨੂੰ ਖਰੀਦਣ ਮੌਕੇ ਦਿੱਤਾ ਅਤੇ ਟੋਲ ਟੈਕਸ ਸਾਨੂੰ ਗੱਡੀ ਦੇ ਉੱਤੇ ਚੜ੍ਹ ਕੇ ਅਤੇ ਇਸ ਰਾਹ ਨੂੰ ਲੰਘਣ ਦੇ ਮੌਕੇ ਦੇਣਾ ਪੈਂਦਾ। ਸੋ ਲੋਕਾਂ ਨੂੰ ਵਕਤੀ ਤੌਰ ਦੇ ਉੱਤੇ ਰਾਹਤ ਮਿਲੀ ਰਹੀ ਹੈ, ਪਰ ਇਹ ਰਾਹਤ ਹੁਣ ਖਤਮ ਹੋ ਗਈ ਹੈ। ਭਲਕ ਤੋਂ ਟੋਲ ਪਲਾਜ਼ੇ ਜਿਹੜੇ ਉਹ ਫਿਰ ਕੰਮ ਕਰਨਾ ਸ਼ੁਰੂ ਕਰ ਦੇਣਗੇ। ਫਾਸਟੈਗ ਜਿਨ੍ਹਾਂ ਨੇ ਲਵਾਉਣਾ ਉਹ ਲਵਾ ਲੈਣਾ ਚਾਹੀਦਾ, ਜਿਨ੍ਹਾਂ ਨੇ ਨਕਦੀ ਦੇ ਤੌਰ ਦੇ ਉੱਤੇ ਕੁਝ ਦੇਣਾ ਉਹ ਵੀ ਕਰ ਲੈਣਾ ਚਾਹੀਦਾ ਪ੍ਰਬੰਧ ਆਪਦਾ। ਸੋ ਕਹਿਣ ਦਾ ਭਾਵ ਇਹ ਹੈ ਕਿ ਪਹਿਲਾਂ ਵਾਂਗੂ ਫਿਰ ਜੇਬਾਂ ਢਿੱਲੀਆਂ ਹੋ ਜਾਣੀਆਂ, ਪਰ ਦੁੱਖ ਉਸ ਵਕਤ ਹੋਊਗਾ ਜਦੋਂ ਇਹਨਾਂ ਟੋਲ ਪਲਾਜ਼ਿਆਂ ਦੇ ਉੱਤੇ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਅਤੇ ਇਹ ਵਾਧਾ ਕਰਨ ਦੀ ਤਿਆਰੀ ਕਰ ਲਈ ਗਈ ਹੈ। ਕਿਉਂਕਿ ਜੇਕਰ ਪਹਿਲੇ ਦਿਨ ਹੀ ਵਾਧਾ ਕੀਤਾ ਜਾਂਦਾ ਤਾਂ ਰੌਲਾ ਪੈ ਜਾਣਾ ਸੀ ਵੀ ਸਮਾਪਤੀ ਜਿੱਥੇ ਕੀਤੀ ਸੀ ਅੱਜ ਉੱਥੋਂ ਕਿਉਂ ਨਹੀਂ ਸ਼ੁਰੂਆਤ ਕੀਤੀ ਗਈ। ਸੋ ਕੁਝ ਕੁ ਦਿਨਾਂ ਬਾਅਦ ਹੀ ਇਹਨਾਂ ਟੋਲ ਖਰਚਿਆਂ ਦੇ ਵਿੱਚ ਵਾਧਾ ਹੋ ਜਾਣਾ, ਦੇਣਾ ਉਹ ਵੀ ਪੈਣਾ, ਹੱਲ ਕਿਸੇ ਕੋਲੇ ਕੋਈ ਹੋਣਾ ਨਹੀਂ। ਲੰਘੇ ਕੱਲ੍ਹ ਭਗਵੰਤ ਮਾਨ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਕਈਆਂ ਹੋਈਆਂ ਗੱਲਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਭਗਵੰਤ ਮਾਨ ਨੇ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿਸੇ ਨਾਲ ਗੱਠਜੋੜ ਨਹੀਂ ਕਰੇਗੀ ਅਤੇ ਬਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਕਹੀ ਹੈ ਕਿ ਨਸ਼ੇ ਦੇ ਮਾਮਲੇ ਦੇ ਉੱਤੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜੇਕਰ ਕਿਸੇ ਕੋਲੇ ਕੋਈ ਵੀ ਸਬੂਤ ਹੈ ਮੇਰੇ ਉੱਤੇ ਲਾਏ ਗਏ ਦੋਸ਼ਾਂ ਦਾ ਅਤੇ ਉਹ ਪੇਸ਼ ਕੀਤਾ ਜਾਵੇ ਅਤੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਮੈਂ ਉਮਰ ਭਰ ਦੇ ਲਈ ਸਿਆਸਤ ਨੂੰ ਅਲਵਿਦਾ ਕਹਿਣ ਵਾਸਤੇ ਤਿਆਰ ਹਾਂ। ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਇਹੋ ਜਿਹੇ ਉੱਠ ਰਹੇ ਆ ਅਤੇ ਉੱਠਣਗੇ ਜਿਨ੍ਹਾਂ ਨੇ ਸਭ ਨੂੰ ਅਚੰਭਿਤ ਕਰਨਾ। ਇਸ ਵੇਲੇ ਪੰਜਾਬ ਦੇ ਵਿੱਚ ਰਾਜਨੀਤੀ ਆ ਜਿਹੜੀ ਉਹ 2, 3, 4 ਪਾਰਟੀਆਂ ਦੇ ਵਿੱਚ ਨਹੀਂ। ਇਸ ਵੇਲੇ ਪੰਜਾਬ ਦੇ ਵਿੱਚ ਜੋ ਚੋਣਾਂ ਦੀ ਜੰਗ ਆ ਇਹ 7, 8 ਪਾਰਟੀਆਂ ਦੇ ਵਿੱਚ ਹੋਣ ਦੀ ਸੰਭਾਵਨਾ। ਬੜੀਆਂ ਨਵੀਆਂ ਪਾਰਟੀਆਂ ਬਣ ਰਹੀਆਂ। ਮੇਰੀ ਕੱਲ੍ਹ ਕੁਝ ਕਿਸਾਨ ਆਗੂਆਂ ਨਾਲ ਗੱਲਬਾਤ ਹੋਈ। 13 ਤਰੀਕ ਨੂੰ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਪੰਜਾਬ ਦੇ ਆਗੂਆਂ ਨੇ ਇੱਕ ਮਹੱਤਵਪੂਰਨ ਮੀਟਿੰਗ ਕਰਨੀ ਆ। ਉਹਦੇ ਵਿੱਚ ਫੈਸਲਾ ਕੀਤਾ ਜਾਊਗਾ ਜੀ ਕਿ ਕਿਹੜੇ ਪਾਸੇ ਨੂੰ ਆਪਾਂ ਨੂੰ ਮੋੜ ਕੱਟਣਾ ਚਾਹੀਦਾ ਅਤੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਕਿਹੋ ਜਿਹਾ ਯੋਗਦਾਨ ਪਾਉਣਾ ਚਾਹੀਦਾ। ਬਹੁਤ ਸਾਰੇ ਕਿਸਾਨ ਆਗੂ ਆ ਜਿਹੜੇ 32 ਦੇ ਵਿੱਚੋਂ ਉਹ ਵੱਖ-ਵੱਖ ਪਾਰਟੀਆਂ ਦੇ ਸੰਪਰਕ ਦੇ ਵਿੱਚ ਵੀ ਹੈ। ਇੱਕ ਵੱਡੇ ਕਿਸਾਨ ਆਗੂ ਦੇ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਹੋਣ ਦੀਆਂ ਖਬਰਾਂ ਵੀ ਹੈ। ਖਬਰਾਂ ਇਹ ਵੀ ਆਉਂਦੀਆਂ ਕਿ ਬਲਵੀਰ ਸਿੰਘ ਰਾਜੇਵਾਲ ਨੇ ਉਹ, ਪਰ ਰਾਜੇਵਾਲ ਸਾਹਿਬ ਕਹਿੰਦੇ ਨਹੀਂ, ਮੇਰੇ ਨਾਲ ਕਿਸੇ ਦੀ ਕੋਈ ਗੱਲ ਨਹੀਂ ਹੋਈ। ਬਾਕੀ ਇਸ ਵਕਤ ਦੱਸੂਗਾ ਕਿ ਕੌਣ ਕਿਹੜੇ ਪਾਸੇ ਨੂੰ ਮੋੜ ਕੱਟਦਾ। ਕਈ ਕਿਸਾਨ ਆਗੂ ਇਹ ਗੱਲ ਕਹਿੰਦੇ ਕਿ ਸਾਨੂੰ ਰਾਜਨੀਤੀ ਦੇ ਚਿੱਕੜ ਦੇ ਵਿੱਚ ਨਹੀਂ ਜਾਣਾ ਚਾਹੀਦਾ। ਮੇਰੀ ਕੁਝ ਦਿਨ ਪਹਿਲਾਂ ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਕਿ ਸਤਿਕਾਰਯੋਗ ਕਿਸਾਨ ਆਗੂ ਆ, ਸਾਰੇ ਕਿ ਸਤਿਕਾਰਯੋਗ ਆ, ਉਹਨਾਂ ਦੇ ਨਾਲ ਗੱਲ ਹੋਈ। ਉਹ ਕਹਿੰਦੇ ਵੀ ਨਾ ਤਾਂ ਅਸੀਂ ਕਿਸੇ ਪਾਰਟੀ ਦੇ ਵਿੱਚ ਜਾਣਾ, ਨਾ ਪਾਰਟੀ ਬਣਾਉਣੀ ਆ, ਨਾ ਚੋਣਾਂ ਲੜਦੀਆਂ ਅਤੇ ਨਾ ਹੀ ਅਸੀਂ ਆਪਣੀ ਜਥੇਬੰਦੀ ਦੇ ਕਾਰਕੁਨਾਂ ਨੂੰ ਇਹ ਗੱਲ ਕਹਿਣੀ ਆ ਕਿ ਫਲਾਣੀ ਪਾਰਟੀ ਨੂੰ ਵੋਟਾਂ ਪਾਓ। ਜਿਹਨੂੰ ਵੋਟ ਪਾਉਣੀ ਆ ਉਹਦੀ ਨਿੱਜੀ ਤੌਰ ਦੇ ਉੱਤੇ ਮਰਜ਼ੀ ਆ, ਕਿਉਂਕਿ ਸਾਡੀ ਨਜ਼ਰ ਦੇ ਵਿੱਚ ਸਾਰੇ ਇੱਕੋ ਜਿਹੇ ਆ। ਜੇ ਇਹਨਾਂ ਦੇ ਵਿੱਚੋਂ ਕੋਈ ਵੀ ਚੰਗਾ ਹੁੰਦਾ ਤਾਂ ਉਹਦੇ ਰਾਜ ਦੇ ਵਿੱਚ ਕਿਸਾਨਾਂ ਦੀ ਹਾਲਤ ਮੰਦੜੀ ਨਾ ਹੁੰਦੀ, ਜਦ ਕਿ ਹਰ ਸਰਕਾਰ ਦੇ ਰਾਜ ਦੇ ਵਿੱਚ, ਹਰ ਪਾਰਟੀ ਦੇ ਰਾਜ ਦੇ ਵਿੱਚ ਕਿਸਾਨਾਂ ਦੀ ਹਾਲਤ ਆ ਜਿਹੜੀ ਉਹ ਲਗਾਤਾਰ ਪਤਲੀ ਹੋ ਰਹੀ ਹੈ ਅਤੇ ਮੈਂ ਇਸ ਗੱਲ ਦੇ ਨਾਲ ਸਹਿਮਤ ਵੀ ਹਾਂ। ਪਰ ਹਰ ਕਿਸੇ ਨੂੰ ਚਾਅ ਵੀ ਹੁੰਦਾ, ਹਰ ਕਿਸੇ ਦਾ ਜਜ਼ਬਾ ਵੀ ਹੋ ਸਕਦਾ ਕਿ ਮੈਂ ਜੀ ਫਲਾਣੀ ਪਾਰਟੀ ਦੇ ਵਿੱਚ ਜਾ ਕੇ ਆਪਣੀ ਕਿਸਮਤ ਅਜ਼ਮਾਈ ਕਰਾਂ। ਚੋਣ ਲੜਨਾ ਸਭ ਦਾ ਆਪੋ ਆਪਣਾ ਅਧਿਕਾਰ ਹੈ, ਵੋਟ ਪਾਉਣੀ ਸਭ ਦਾ ਆਪੋ ਆਪਣਾ ਅਧਿਕਾਰ ਹੈ। ਕੌਣ ਕੀ ਕਰਨਾ ਉਹਦੇ ਸਮੇਂ ਦੇ ਵਿੱਚ ਵਕਤ ਦੱਸੂਗਾ। ਪਰ ਫਿਰ ਮੈਂ ਗੱਲ ਨੂੰ ਇੱਥੇ ਸਮਾਪਤ ਕਰਨੀ ਚਾਹੁੰਦਾ ਕਿ ਇਸ ਅੰਦੋਲਨ ਦੇ ਵਿੱਚ ਜਿੱਤ ਪ੍ਰਾਪਤ ਹੋਣਾ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਆਉਂਦੇ ਸਮੇਂ ਦੇ ਵਿੱਚ ਆਉਂਦੀਆਂ ਨਸਲਾਂ ਨੂੰ ਇਹ ਗੱਲ ਦੱਸਣ ਦੇ ਅਸੀਂ ਸਮਰੱਥ ਹੋਵਾਂਗੇ। ਸਾਰੇ ਹੀ ਇਹ ਦੱਸਣ ਦੇ ਕਾਬਲ ਹੋਣਗੇ ਕਿ ਸਾਡੇ ਵੇਲੇ ਦੇ ਵਿੱਚ ਇੱਕ ਇਹੋ ਜਿਹਾ ਅੰਦੋਲਨ ਚੱਲਿਆ
ਜਿਹੜਾ ਕਿ ਤਕਰੀਬਨ 378 ਦਿਨ ਚੱਲਿਆ, ਜਿਹੜਾ ਕਿ 1 ਸਾਲ ਤੇ 15 ਦਿਨ ਦੇ ਕਰੀਬ ਦਾ ਸਮਾਂ ਚੱਲਿਆ। ਤੇ ਉਸ ਅੰਦੋਲਨ ਦੇ ਵਿੱਚ ਅਸੀਂ ਕਿਵੇਂ ਜਿੱਤ ਹਾਸਲ ਕੀਤੀ ਹੈ, ਕਿਵੇਂ ਹਕੂਮਤ ਦੇ ਨਾਲ ਮੱਥਾ ਲਾਇਆ, ਕਿਵੇਂ ਅਸੀਂ ਮੁਸ਼ਕਿਲਾਂ ਹੰਢਾਈਆਂ, ਕਿਵੇਂ ਸਾਡੇ ਭੈਣਾਂ ਵੀਰਾਂ ਨੇ ਜਿੱਤ ਆ ਜਿਹੜੀ ਉਹ ਆਪਣੇ ਕਦਮਾਂ ਦੇ ਵਿੱਚ ਲੈ ਕੇ ਆਂਦੀ ਹੈ। ਤੇ ਬਾਅਦ ਦੇ ਵਿੱਚ ਉਹਨਾਂ ਦੇ ਅੰਦਰ ਜੋਸ਼ ਭਰਿਆ ਕਰੂਗਾ ਜਦੋਂ ਉਹ ਸਾਡੀਆਂ ਇਹਨਾਂ ਕਹਾਣੀਆਂ ਨੂੰ ਸੁਣਿਆ ਕਰਨਗੇ। ਸੋ ਆਉਂਦੇ ਸਮੇਂ ਦੇ ਵਿੱਚ ਵੀ ਜੇਕਰ ਕਿਸੇ ਵੀ ਪਾਰਟੀ ਦੀ ਭਾਵੇਂ ਸਰਕਾਰ ਹੋਵੇ, ਕੇਂਦਰ ਦੇ ਵਿੱਚ ਹੋਵੇ ਜਾਂ ਸੂਬੇ ਦੇ ਵਿੱਚ ਹੋਵੇ, ਤੇ ਉਹ ਝੁਕ ਸਕਦੀ ਹੈ ਗਲਤ ਫੈਸਲੇ ਤੋਂ ਬਾਅਦ ਜੇਕਰ ਅਸੀਂ ਸਿਰ ਜੋੜ ਕੇ ਚੱਲਾਂਗੇ ਤਾਂ। ਪਰ ਸਾਡੀ ਬਦਕਿਸਮਤੀ ਇਹ ਆ ਕਿ ਅਸੀਂ ਫਿਰ ਖਿੰਡ ਜਾਂਦੇ ਹਾਂ। ਐਤਕੀ ਜਦੋਂ ਹੁਣ ਅਸੀਂ ਅੰਦੋਲਨ ਤੋਂ ਵਾਪਸ ਆ ਰਹੇ ਹਾਂ ਜਾਂ ਆਵਾਂਗੇ ਤਾਂ ਦੋ ਗੱਲਾਂ ਜ਼ਰੂਰ ਚੇਤੇ ਰੱਖਿਓ ਮੇਰੇ ਭੈਣੋ ਵੀਰੋ। ਇੱਕ ਤਾਂ ਇਹ ਆ ਵੀ ਜਿਹੜੇ ਕਿਸਾਨ ਮੌਤ ਦੀ ਬੁੱਕਲ 'ਚ ਚਲੇ ਗਏ, ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ, ਉਹਨਾਂ ਪਿੰਡਾਂ ਦੇ NRI ਭੈਣਾਂ ਵੀਰਾਂ ਨੂੰ, ਉਹਨਾਂ ਪਿੰਡਾਂ ਦੀਆਂ ਯੂਥ ਕਲੱਬਾਂ ਨੂੰ, ਉਹਨਾਂ ਪਿੰਡਾਂ ਦੇ ਮੁਤਬਰ ਲੋਕਾਂ ਨੂੰ ਚਾਹੀਦਾ ਕਿ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਜ਼ਰੂਰ ਖੜਨਾ ਚਾਹੀਦਾ। ਕਿਸੇ ਦੀ ਧੀ ਦੇ ਵਿਆਹ ਦੇ ਮੌਕੇ 4 ਪੈਸੇ ਦੇਣੇ ਪੈਂਦੇ ਤਾਂ ਚਾਈ ਦੇਣੇ ਪੈਣਗੇ, ਦੇਣੇ ਚਾਹੀਦੇ ਵੀ ਆ। ਜੇ ਕਿਸੇ ਦੇ ਕੋਈ ਖੁਸ਼ੀ ਗਮੀ ਦਾ ਹੋਰ ਪ੍ਰੋਗਰਾਮ ਹੁੰਦਾ, ਉਹਨਾਂ ਨੂੰ ਅਹਿਸਾਸ ਨਾ ਹੋਵੇ ਵੀ ਸਾਡਾ ਤੁਰ ਗਿਆ ਕਿਸੇ ਨੂੰ ਕੀ ਫਰਕ ਪਿਆ, ਸਗੋਂ ਉਹਨਾਂ ਦੇ ਪਰਿਵਾਰ ਦੇ ਜੀ ਬਣ ਕੇ ਅਸੀਂ ਦਿਖਾਉਣਾ ਕਿ ਤੁਹਾਡਾ ਜਿਹੜਾ ਤੁਰ ਗਿਆ ਉਹ ਸਾਡੇ ਸਾਰਿਆਂ ਦੇ ਲਈ ਕੁਰਬਾਨੀ ਦੇ ਕੇ ਗਿਆ। ਤੇ ਦੂਜੀ ਬੇਨਤੀ ਮੇਰੀ ਇਹ ਆ ਵੀ ਜਦੋਂ ਅਸੀਂ ਇੱਥੇ ਆ ਰਹੇ ਹਾਂ ਹੁਣ ਵਾਪਸ, ਤਾਂ ਰਾਜਨੀਤਿਕ ਵੰਡੀਆਂ ਨੂੰ ਭੁੱਲ ਕੇ ਆਈਏ, ਪੱਤੀਆਂ ਦੇ ਪ੍ਰਧਾਨਗੀਆਂ ਦੇ ਫਲਾਣੇ ਢਿੰਗੜੇ ਰੌਲੇ ਖਤਮ ਕਰਕੇ ਆਈਏ ਤੇ ਇੱਕ ਨਵੀਂ ਸੋਚ, ਨਵੇਂ ਨਜ਼ਰੀਏ ਦੇ ਨਾਲ ਪੰਜਾਬ ਨੂੰ, ਦੇਸ਼ ਨੂੰ ਅੱਗੇ ਲਿਜਾਣ ਦੀ ਗੱਲ ਅਸੀਂ ਕਰੀਏ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।